ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਜਿਵੇਂ ਕਿ ਅਸੀਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇੱਕ ਪ੍ਰਸਿੱਧ ਰਚਨਾ ਚੰਡੀ ਦੀ ਵਾਰ ਦੀ ਵਿਆਖਿਆ ਤੋਂ ਲੈ ਕੇ ਇੱਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰਨ ਜਾ ਰਹੇ ਹਾਂ। ਸੋ ਅੱਜ ਇਸ ਵਿਆਖਿਆ ਵਿੱਚ ਮੇਰਾ ਸਾਥ ਮੇਰੇ ਛੋਟੇ ਵੀਰ ਕਰਨਵੀਰ ਸਿੰਘ ਦੇਣਗੇ। ਬਾਣੀ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਇਤਿਹਾਸ ਬਾਰੇ ਜਾਣ ਲੈਂਦੇ ਹਾਂ ਕਿ ਇਹ ਬਾਣੀ ਕਿੱਥੇ ਅਤੇ ਕਿਉਂ ਲਿਖੀ ਗਈ। ਅਸਲ ਵਿੱਚ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਨੰਦਪੁਰ ਕਿਲੇ ਦੇ ਵਿੱਚ ਰਹਿੰਦੇ ਸੀ ਤਾਂ ਉੱਥੋਂ ਕੁਛ ਹੀ ਦੂਰੀ 'ਤੇ ਸਥਿਤ ਨੈਣਾ ਦੇ ਟਿੱਲੇ, ਜਿੱਥੇ ਨੈਣਾ ਦੇਵੀ ਦਾ ਮੰਦਰ ਸਥਾਪਿਤ ਕੀਤਾ ਗਿਆ ਹੈ, ਉਸ ਜਗ੍ਹਾ ਦੇ ਇੱਕ ਮਹਾਨ ਵਿਦਵਾਨ ਅਤੇ ਉੱਥੋਂ ਦੇ ਪੁਜਾਰੀ ਕੇਸ਼ੋ ਦਾਸ ਜੀ ਸਨ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਜੇ ਕਿਸੇ ਨੇ ਕਿਸੇ ਨਾਲ ਵੀ ਜ਼ੁਲਮ ਨਾਲ ਟਾਕਰਾ ਲੈਣਾ ਹੈ ਤਾਂ ਉਹ ਦੁਰਗਾ ਦੇਵੀ ਦੀ ਪੂਜਾ ਕਰਨ ਅਤੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਜਾਣ। ਤਾਂ ਉਸ ਸਮੇਂ ਜ਼ੁਲਮ ਦੀ ਜੋ ਹੱਦ ਹੈ ਬਹੁਤ ਜ਼ਿਆਦਾ ਅੱਗੇ ਵੱਧ ਚੁੱਕੀ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਵੱਖਰਾ ਪੰਥ ਸਜਾਉਣਾ ਚਾਹੁੰਦੇ ਸੀ ਜੋ ਕਿ ਉਸ ਜ਼ੁਲਮ ਦੇ ਖਿਲਾਫ ਮੁਕਾਬਲਾ ਕਰ ਸਕੇ। ਤਾਂ ਉੱਥੋਂ ਦੇ ਜੋ ਵਿਦਵਾਨ ਕੇਸ਼ੋ ਦਾਸ ਸੀ, ਉਹਨਾਂ ਦਾ ਕਹਿਣਾ ਸੀ ਕਿ ਆਪ ਦੁਰਗਾ ਦੇਵੀ ਦੀ ਪੂਜਾ ਕਰਵਾਓ ਅਤੇ ਦੇਵੀ ਨੂੰ ਪ੍ਰਗਟ ਕਰਵਾਓ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੁੱਛਿਆ ਕਿ ਉਹ ਕਿਵੇਂ ਹੋਏਗਾ। ਪੰਡਿਤ ਜੀ ਨੇ ਕਿਹਾ ਕਿ ਉਸ ਲਈ ਕੁਝ ਸਮੱਗਰੀ ਲੈ ਕੇ ਆਉਣੀ ਪਵੇਗੀ ਅਤੇ ਇੱਕ ਹਵਨ ਕਰਾਉਣਾ ਪਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਪੰਡਿਤ ਜੀ ਦੇ ਕਹਿਣ ਅਨੁਸਾਰ ਜੋ ਸਮੱਗਰੀ ਸੀ ਉਹ ਉਹਨਾਂ ਨੂੰ ਮੰਗਵਾ ਕੇ ਦਿੱਤੀ ਅਤੇ ਹਵਨ ਸ਼ੁਰੂ ਕਰਨ ਲਈ ਕਿਹਾ। ਤਾਂ ਪੰਡਿਤ ਜੀ ਨੇ ਕਿਹਾ ਕਿ ਇਸ ਨੂੰ ਥੋੜ੍ਹਾ ਸਮਾਂ ਲੱਗੇਗਾ। ਜਦੋਂ ਕੁਝ ਦਿਨ ਬੀਤ ਜਾਣ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੈਣਾ ਦੇ ਟਿੱਲੇ 'ਤੇ ਦੁਬਾਰਾ ਗਏ ਅਤੇ ਪੰਡਿਤ ਜੀ ਨੂੰ ਕਿਹਾ ਕਿ ਦੇਵੀ ਪ੍ਰਗਟ ਹੋਈ ਕਿ ਨਾ। ਉਸ ਸਮੇਂ ਕੇਸ਼ੋ ਦਾਸ ਦਾ ਕਹਿਣਾ ਸੀ ਕਿ ਦੇਵੀ ਨੂੰ ਪ੍ਰਗਟ ਕਰਨ ਲਈ ਤੁਹਾਨੂੰ ਆਪਣੇ ਕਿਸੇ ਪਿਆਰੇ ਦੀ ਬਲੀ ਦੇਣੀ ਹੋਵੇਗੀ। ਉਹ ਜੋ ਪਿਆਰਾ ਹੈ ਤੁਹਾਡਾ ਬਹੁਤ ਕਰੀਬੀ ਹੋਣਾ ਚਾਹੀਦਾ ਹੈ, ਉੱਚੀ ਕੁੱਲ ਦਾ ਹੋਣਾ ਚਾਹੀਦਾ ਹੈ ਅਤੇ ਸੱਚੀ ਸੀਰਤ ਵਾਲਾ ਹੋਣਾ ਚਾਹੀਦਾ ਹੈ। ਉਸ ਪੰਡਿਤ ਦੇ ਕਹਿਣ ਦਾ ਮਤਲਬ ਸੀ ਕਿ ਉਹ ਆਪਣੇ ਹਰਮਨ ਪਿਆਰੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਬਲੀ ਦੇਣ। ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਨ ਉਹ ਜਾਣੂ ਜਾਣ ਸਨ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਕਿਹਾ ਕਿ ਉੱਚੀ ਕੁੱਲ ਵਾਲਾ ਹੋਣਾ ਚਾਹੀਦਾ ਹੈ, ਸੱਚੀ ਸੀਰਤ ਵਾਲਾ ਅਤੇ ਮੇਰਾ ਪਿਆਰਾ ਹੋਣਾ ਚਾਹੀਦਾ ਹੈ, ਤਾਂ ਉਹ ਤਾਂ ਤੁਸੀਂ ਹੀ ਹੋ। ਇਹ ਗੱਲ ਸੁਣ ਕੇ ਪੰਡਿਤ ਜੀ ਸੀ ਉਹਨਾਂ ਨੂੰ ਤ੍ਰੇੜੀਆਂ ਆ ਗਈਆਂ ਅਤੇ ਉਹਨਾਂ ਨੇ ਕਿਹਾ ਹੈ ਕਿ ਜੇ ਮੇਰੀ ਬਲੀ ਦੇਣੀ ਹੈ ਤਾਂ ਮੈਨੂੰ ਥੋੜ੍ਹਾ ਸਮਾਂ ਦਿਓ ਤਾਂ ਕਿ ਮੈਂ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਆ ਜਾਵਾਂ। ਗੁਰੂ ਮਹਾਰਾਜ ਜੀ ਨੇ ਕਿਹਾ ਸਤ ਬਚਨ। ਕੁਝ ਸਮੇਂ ਬਾਅਦ ਉਡੀਕ ਤੋਂ ਬਾਅਦ ਜਦੋਂ ਵਿਦਵਾਨ ਸੀ ਜੋ ਕੇਸ਼ੋ ਦਾਸ ਉਹ ਵਾਪਸ ਨਹੀਂ ਆਇਆ ਤਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਪੁੱਛਿਆ ਕਿ ਹੁਣ ਕੀ ਹੋਏਗਾ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਜੋ ਵੀ ਸਮੱਗਰੀ ਇਕੱਠੀ ਹੋਈ ਹੈ ਉਹ ਜੋ ਹਵਨ ਬਲ ਰਿਹਾ ਹੈ ਉਸ ਵਿੱਚ ਪਾ ਦਿੱਤੀ ਜਾਵੇ। ਸਿੱਖਾਂ ਨੇ ਗੁਰੂ ਮਹਾਰਾਜ ਦੇ ਕਹੇ ਅਨੁਸਾਰ ਕੀਤਾ ਅਤੇ ਜੋ ਅੱਗ ਦੀਆਂ ਲਾਟਾਂ ਸਨ ਇੰਨੀ ਉੱਚੀ ਤੱਕ ਉੱਠੀਆਂ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਸ਼ਰੇਆਮ ਦਿਖਣ ਲੱਗੀਆਂ। ਜਦੋਂ ਗੁਰੂ ਮਹਾਰਾਜ ਜੀ ਕਿਲੇ ਵਿੱਚ ਵਾਪਸ ਆਏ ਤਾਂ ਉੱਥੇ ਜੋ ਗੁਰੂ ਪਿਆਰੇ ਬੈਠੇ ਸਨ ਉਸ ਜਗ੍ਹਾ 'ਤੇ ਨਾ ਸਿਰਫ ਸਿੱਖ ਬਲਕਿ ਮੁਸਲਮਾਨ, ਹਿੰਦੂ ਅਤੇ ਹੋਰ ਧਰਮਾਂ ਦੇ ਨਾਲ ਸੰਬੰਧ ਰੱਖਣ ਵਾਲੇ ਗੁਰੂ ਪਿਆਰੇ ਵੀ ਸਨ, ਕਿਉਂਕਿ ਗੁਰੂ ਮਹਾਰਾਜ ਜੀ ਸਰਬ ਸਾਂਝੀ ਵਾਰਤਾ ਦਾ ਉਪਦੇਸ਼ ਦਿੰਦੇ ਸਨ ਅਤੇ ਉਹਨਾਂ ਦਾ ਜੋ ਦਰ ਹੈ ਸਾਰੇ ਧਰਮਾਂ ਲਈ ਹਮੇਸ਼ਾ ਖੁੱਲ੍ਹਿਆ ਰਹਿੰਦਾ ਹੈ। ਇਹ ਇੱਕ ਅਜਿਹਾ ਦਰ ਹੈ ਜਿਸ ਉੱਤੇ ਨਾ ਸਿਰਫ ਸਿੱਖਾਂ ਨੂੰ ਜਗ੍ਹਾ ਮਿਲਦੀ ਹੈ ਬਲਕਿ ਸਾਈਂ ਮੀਆਂ ਮੀਰ ਜੀ ਨੂੰ ਵੀ
ਇੱਕ ਸਥਾਨ ਉੱਤਮ ਬਖਸ਼ਿਆ ਜਾਂਦਾ ਹੈ। ਜਿੱਥੇ ਭਾਈ ਬਾਲਾ ਜੀ ਨੂੰ ਸਤਿਕਾਰਯੋਗ ਸਥਾਨ ਬਖਸ਼ਿਸ਼ ਕੀਤਾ ਜਾਂਦਾ ਹੈ, ਉੱਥੇ ਹੀ ਮੁਸਲਮਾਨ ਧਰਮ ਨਾਲ ਸੰਬੰਧ ਰੱਖਣ ਵਾਲੇ ਭਾਈ ਮਰਦਾਨਾ ਜੀ ਨੂੰ ਵੀ ਇੱਕ ਉੱਤਮ ਸਥਾਨ ਬਖਸ਼ਿਆ ਗਿਆ। ਸੋ ਉਹਨਾਂ ਦੇ ਗੁਰੂ ਪਿਆਰਿਆਂ ਦੇ ਪੁੱਛਣ ਉੱਤੇ ਗੁਰੂ ਮਹਾਰਾਜ ਜੀ ਨੇ ਆਪਣੀ ਤਲਵਾਰ ਨੂੰ ਹੱਥ ਪਾਇਆ ਅਤੇ ਆਪਣੇ ਪਿਆਰਿਆਂ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਇਹੀ ਮੇਰੀ ਚੰਡੀ ਹੈ, ਇਹੀ ਮੇਰੀ ਦੁਰਗਾ ਹੈ। ਉਸ ਵੇਲੇ ਇਸ ਬਾਣੀ ਦੀ ਰਚਨਾ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਜਿਸ ਸਮੇਂ ਰਾਖਸ਼ਾਂ ਅਤੇ ਦੇਵਤਿਆਂ ਦੇ ਵਿਚਕਾਰ ਯੁੱਧ ਹੋਇਆ, ਉਸ ਸਮੇਂ ਉਹਨਾਂ ਨੂੰ ਵੀ ਉਸ ਪਰਮ ਪਿਤਾ ਪਰਮਾਤਮਾ ਤੋਂ ਬਲ ਲੈ ਕੇ ਖੁਦ ਅੱਗੇ ਹੋ ਕੇ ਲੜਨਾ ਪਿਆ। ਦੁਰਗਾ ਦੇਵੀ ਸੀ, ਉਹਨਾਂ ਨੂੰ ਵੀ ਮੈਦਾਨ ਵਿੱਚ ਆਪ ਚੰਡੀ ਬਣ ਕੇ ਲੜਨਾ ਪਿਆ। ਤਾਂ ਆਮ ਲੋਕੀ ਸਿਰਫ ਭਗਤੀ ਨਾਲ ਕਿਵੇਂ ਲੜ ਸਕਦੇ ਹਨ? ਉਸ ਵੇਲੇ ਇਸ ਬਾਣੀ ਦੀ ਰਚਨਾ ਕੀਤੀ ਗਈ। ਹਾਲਾਂਕਿ ਅੱਜ ਦੇ ਸਮੇਂ ਵਿੱਚ ਕਈ ਤਰ੍ਹਾਂ ਦੇ ਵਿਦਵਾਨਾਂ ਨੇ ਇਸ ਬਾਣੀ ਦੇ ਉੱਤੇ ਤਰਕ ਵੀ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਦੁਰਗਾ ਦੇਵੀ ਦੀ ਵਾਰ ਕਿਵੇਂ ਲਿਖ ਦਿੱਤੀ, ਜਦ ਕਿ ਸਿੱਖ ਪੰਥ ਵਿੱਚ ਇਹ ਕਿਹਾ ਜਾਂਦਾ ਹੈ ਕਿ ਮੂਰਤੀ ਪੂਜਾ ਨਹੀਂ ਕਰਨੀ। ਤਾਂ ਦੱਸ ਦਈਏ ਕਿ ਇਸ ਬਾਣੀ ਦੇ ਵਿੱਚ ਵੀ ਗੁਰੂ ਮਹਾਰਾਜ ਜੀ ਨੇ ਇਹ ਨਹੀਂ ਕਿਹਾ, ਉਹਨਾਂ ਨੇ ਇਸ ਵਿੱਚ ਵੀ ਉਸ ਪਰਮ ਪਿਤਾ ਪਰਮਾਤਮਾ ਦੀ ਉਸਤਤ ਕੀਤੀ ਹੈ ਅਤੇ ਜੋ ਇੱਕ ਜੰਗ ਲੜੀ ਗਈ ਸੀ ਉਸ ਦਾ ਹਾਲ ਸੁਣਾਇਆ ਹੈ। ਆਓ ਬਾਣੀ ਦੇ ਵਿਚਾਰ ਵੱਲ ਵੱਧਦੇ ਹਾਂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਬਾਣੀ ਦੀ ਸ਼ੁਰੂਆਤ ਵਿੱਚ ਗੁਰੂ ਮਹਾਰਾਜ ਜੀ ਮੰਗਲਾਚਰਨ ਦਿੰਦੇ ਹਨ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਜੋ ਬਾਣੀ ਦੀ ਸ਼ੁਰੂਆਤ ਵਿੱਚ ਬੀਜ ਮੰਤਰ ਦਿੱਤਾ ਗਿਆ ਹੈ, ਇੱਕ ਓੰਕਾਰ, ਉਸ ਦਾ ਉਚਾਰਨ ਪੂਰਾ ਕਰਨਾ ਚਾਹੀਦਾ ਹੈ, ਇੱਕ ਓੰਕਾਰ। ਕੋਈ ਇਸ ਨੂੰ ਕਿਸੇ ਤਰੀਕੇ ਨਾਲ ਉਚਾਰਦਾ ਹੈ ਅਤੇ ਕੋਈ ਕਿਸੇ ਤਰੀਕੇ ਨਾਲ। ਇਸ ਦੇ ਜੋ ਅਲੱਗ-ਅਲੱਗ ਭਾਗ ਹਨ, ਉਹਨਾਂ ਨੂੰ ਮਿਲਾ ਕੇ ਇਹ ਸ਼ਬਦ ਪੂਰਾ ਬਣਦਾ ਹੈ। ਇਸ ਨੂੰ ਬੀਜ ਮੰਤਰ ਕਿਹਾ ਜਾਂਦਾ ਹੈ ਅਤੇ ਇਸ ਦੀ ਸ਼ੁਰੂਆਤ ਵਿੱਚ ਜੋ ਗੁਰਮੁਖੀ ਲਿਪੀ ਵਿੱਚ ਇੱਕ ਪਾਇਆ ਹੋਇਆ ਹੈ, ਉਸ ਦਾ ਅਰਥ ਹੈ ਕਿ ਉਹ ਪਰਮ ਪਿਤਾ ਪਰਮਾਤਮਾ ਇੱਕ ਹੈ। ਉਸ ਤੋਂ ਬਾਅਦ ਓ, ਜਦੋਂ ਵੀ ਕੋਈ ਪੰਜਾਬੀ ਦਾ ਅੱਖਰ ਓ ਦੀ ਆਵਾਜ਼ ਕੱਢਦਾ ਹੈ ਤਾਂ ਉਸ ਦੇ ਉੱਪਰ ਹੋੜਾ ਜਾਂ ਘਨੋੜਾ ਪਾਇਆ ਜਾਂਦਾ ਹੈ। ਪਰ ਊੜਾ ਇੱਕ ਅਜਿਹਾ ਸ਼ਬਦ ਹੈ ਜਿਸ ਵਿੱਚ ਉਹ ਨਹੀਂ ਪਾਇਆ ਜਾ ਸਕਦਾ। ਸੋ ਜਦੋਂ ਵੀ ਊੜੇ ਦੀ ਆਵਾਜ਼ ਮੂੰਹ ਖੋਲ ਕੇ ਭਾਵ ਕੇ ਉਹ ਬੋਲਣਾ ਹੋਵੇ ਤਾਂ ਉਸ ਦਾ ਮੂੰਹ ਅੱਗੋਂ ਦੀ ਥੋੜ੍ਹਾ ਜਿਹਾ ਖੁੱਲ੍ਹਾ ਛੱਡਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਜੋ ਇਸ ਤਰ੍ਹਾਂ ਤੀਸਰਾ ਭਾਗ ਹੈ, ਉਸ ਨੂੰ ਅੰਕਾਰ ਕਿਹਾ ਗਿਆ ਹੈ, ਭਾਵ ਕਿ ਜੋ ਸਾਰੇ ਕਾਰਜ ਕਰਵਾਉਣ ਵਾਲਾ ਹੈ ਉਹੀ ਹੈ। ਪੂਰਾ ਅਰਥ ਕਰੀਏ ਤਾਂ ਪਰਮ ਪਿਤਾ ਪਰਮਾਤਮਾ ਇੱਕ ਹੈ ਅਤੇ ਇਸ ਦੁਨੀਆ ਦੇ ਸਾਰੇ ਕਾਰਜ ਚਲਾਉਣ ਵਾਲਾ ਉਹੀ ਹੈ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਕੀ ਬਾਣੀਆਂ ਦੀ ਸ਼ੁਰੂਆਤ ਜੋ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਕੀਤੀ ਜਾਂਦੀ ਹੈ, ਉਸ ਦਾ ਭਾਵ ਕਿ ਜੋ ਪਰਮ ਪਿਤਾ ਪਰਮਾਤਮਾ ਹੈ ਉਹ ਸਿਰਫ ਗੁਰੂ ਦੀ ਕਿਰਪਾ ਨਾਲ ਪਾਇਆ ਜਾ ਸਕਦਾ ਹੈ। ਪਰ ਇਸ ਬਾਣੀ ਵਿੱਚ ਗੁਰੂ ਮਹਾਰਾਜ ਜੀ ਨੇ ਵਾਹਿਗੁਰੂ ਜੀ ਕੀ ਫਤਿਹ ਇਸ ਕਰਕੇ ਲਿਖਿਆ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਹੀ ਜੋ ਹੈ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਉਹ ਜੋ ਜਿੱਤ ਹੈ ਉਸੇ ਪਰਮਾਤਮਾ ਦੀ ਹੀ ਹੈ। ਇਸ ਬਾਣੀ ਨੂੰ ਇੱਕ ਵੀਰ ਰਸ ਬਾਣੀ ਦੇ ਤੌਰ ਤੇ ਲਿਖਿਆ ਗਿਆ ਹੈ, ਇਸ ਕਰਕੇ ਇਸ ਦੀ ਸ਼ੁਰੂਆਤ ਇਸ ਮੰਗਲਾਚਰਨ ਤੋਂ ਕੀਤੀ ਜਾਂਦੀ ਹੈ। ਸ਼੍ਰੀ ਭਗਉਤੀ ਜੀ ਸਹਾਇ। ਸਭ ਤੋਂ ਪਹਿਲਾਂ ਜੋ ਭਗਉਤੀ ਜੀ, ਜਿਸ ਨੂੰ ਕਿ ਤਲਵਾਰ ਕਿਹਾ ਜਾਂਦਾ ਹੈ, ਉਸ ਨੂੰ ਸਹਾਈ ਮੰਨਦੇ ਹੋਏ ਜੋ ਗੁਰੂ ਪਾਤਸ਼ਾਹ ਜੀ ਹਨ ਉਹ ਬਾਣੀ ਨੂੰ ਸ਼ੁਰੂ ਕਰਦੇ ਹਨ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਇਸ ਵਿੱਚ ਗੁਰੂ ਸਾਹਿਬ ਜੀ ਬਾਣੀ ਦਾ ਨਾਮ ਦੱਸਦੇ ਹਨ। ਜਿਵੇਂ ਕਿ ਜਪਜੀ ਸਾਹਿਬ ਬਾਣੀ ਹੈ, ਉਸ ਦਾ ਅਸਲ ਨਾਮ ਜਪ
ਜਾਂ ਜਪ ਨਿਸ਼ਾਨ ਕਿਹਾ ਜਾਂਦਾ ਹੈ, ਪਰ ਸਤਿਕਾਰ ਵਜੋਂ ਬਾਣੀ ਦੇ ਨਾਮ ਦੇ ਪਿੱਛੇ ਜੀ ਸਾਹਿਬ ਲਗਾ ਕੇ ਜਪਜੀ ਸਾਹਿਬ ਕਹਿੰਦੇ ਹਾਂ। ਉਵੇਂ ਹੀ ਇਸ ਬਾਣੀ ਨੂੰ ਸਤਿਕਾਰ ਵਜੋਂ ਚੰਡੀ ਦੀ ਵਾਰ ਕਿਹਾ ਜਾਂਦਾ ਹੈ ਅਤੇ ਪਾਤਸ਼ਾਹੀ ਦਸਵੀਂ ਦੁਆਰਾ ਦੱਸਿਆ ਜਾਂਦਾ ਹੈ ਕਿ ਇਹ ਜੋ ਬਾਣੀ ਹੈ 10ਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਗਈ ਹੈ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਪ੍ਰੀਥਮ ਭਾਵ ਸਭ ਤੋਂ ਪਹਿਲਾਂ ਭਗਉਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਹਾਂ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਨੂੰ ਸਿਮਰਦਾ ਹਾਂ ਕਿ ਉਹ ਮੇਰੇ ਅੰਗ ਸੰਗ ਸਹਾਈ ਹੋਣ। ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ। ਉਪਰੰਤ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿ ਰਾਏ ਜੀ ਨੂੰ ਸਿਮਰਦਾ ਹਾਂ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ। ਉਸ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਜੀ ਨੂੰ ਆਰਾਧਦਾ ਹਾਂ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਖਾਲਸਾ ਜੀ 1664 ਈਸਵੀ ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ ਉੱਤੇ ਬਿਰਾਜਮਾਨ ਸਨ, ਉਸ ਸਮੇਂ ਵੀ ਇੱਕ ਚੇਚਕ ਨਾਮ ਦੀ ਮਹਾਮਾਰੀ ਫੈਲੀ ਹੋਈ ਸੀ, ਜਿਸ ਦੀ ਲਪੇਟ ਵਿੱਚ ਲਗਭਗ ਸਾਰੀ ਦੁਨੀਆ ਆਈ ਹੋਈ ਸੀ। ਉਸ ਸਮੇਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਜੀ ਨੇ ਆਪਣੀ ਕਿਰਪਾ ਸਦਕਾ ਜੋ ਸਾਰੀ ਬਿਮਾਰੀ ਸੀ ਆਪਣੇ ਉੱਪਰ ਲੈ ਕੇ ਦੁਨੀਆ ਨੂੰ ਬਚਾਇਆ ਸੀ। ਸੋ ਗੁਰੂ ਪਿਆਰਿਓ, ਅੱਜ ਦੇ ਟਾਈਮ ਦੇ ਵਿੱਚ ਜੋ ਕਿ ਇੱਕ ਹੋਰ ਮਹਾਮਾਰੀ ਕਰੋਨਾ ਵਾਇਰਸ ਨਾਮ ਦੀ ਫੈਲੀ ਹੋਈ ਹੈ, ਆਓ ਸਾਰੇ ਰਲ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰੀਏ ਕਿ ਜਿਵੇਂ ਕਿ 1664 ਵਿੱਚ ਉਹਨਾਂ ਨੇ ਦੁਨੀਆ ਦਾ ਉਧਾਰ ਕੀਤਾ ਸੀ ਅਤੇ ਇਸ ਭਿਆਨਕ ਬਿਮਾਰੀ ਤੋਂ ਬਚਾਇਆ ਸੀ, ਗੁਰੂ ਮਹਾਰਾਜ ਜੀ ਕਿਰਪਾ ਕਰਨ ਅੱਜ ਦੇ ਸਮੇਂ ਵੀ ਸਹਾਈ ਹੋਣ ਅਤੇ ਦੁਨੀਆ ਨੂੰ ਇਸ ਕਰੋਪੀ ਤੋਂ ਬਚਾ ਲੈਣ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਏ ਸਹਾਇ। ਉਸ ਤੋਂ ਬਾਅਦ ਗੁਰੂ ਸਾਹਿਬ ਜੀ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਸਿਮਰਨ ਕਰਦੇ ਹਨ ਅਤੇ ਦੱਸਦੇ ਹਨ ਕਿ ਉਹਨਾਂ ਦੇ ਨਾਮ ਦੇ ਸਿਮਰਨ ਨਾਲ 9 ਨਿਧਾਂ ਭਾਵ ਕਿ ਜੋ ਦੁਨੀਆ ਦੇ 9 ਉੱਤਮ ਖਜ਼ਾਨੇ ਹਨ ਉਹ ਘਰ ਵਿੱਚ ਭੱਜੇ ਆਉਂਦੇ ਹਨ। ਸੋ ਇਹ ਜੋ ਅੰਤਰਾ ਹੈ, ਇਹ ਸਿੱਖਾਂ ਦੀ ਜੋ ਅਰਦਾਸ ਹੈ ਉਸ ਦੀ ਸ਼ੁਰੂਆਤ ਇਸੇ ਅੰਤਰੇ ਤੋਂ ਹੁੰਦੀ ਹੈ। ਸੋ ਖਾਲਸਾ ਜੀ, ਜਦੋਂ ਵੀ ਕਿਤੇ ਵੀ ਅਰਦਾਸ ਕਰਨੀ ਤਾਂ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿ ਜੋ ਗੁਰੂ ਸਾਹਿਬ ਜੀ ਦੀ ਲਿਖਤ ਹੈ ਉਸ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾ ਨਾ ਲਿਆਂਦਾ ਜਾਵੇ, ਕਿਉਂਕਿ ਇਹ ਗੁਰੂ ਮਹਾਰਾਜ ਜੀ ਦੀ ਹੱਥ ਲਿਖਤ ਹੈ। ਸੋ ਬਾਣੀ ਵਿੱਚ ਲਿਆਂਦਾ ਬਦਲਾ ਬਾਣੀ ਦੀ ਬੇਦਬੀ ਅਨੁਸਾਰ ਹੈ। ਪੌੜੀ ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸਹਿ ਸਾਰ ਉਪਾਇਆ। ਅੱਗੇ ਪੌੜੀ ਵਿੱਚ ਗੁਰੂ ਪਾਤਸ਼ਾਹ ਜੀ ਉਸ ਪਰਮਾਤਮਾ ਦੀ ਉਸਤਤ ਕਰਦੇ ਹੋਏ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ ਤਾਂ ਪਰਮ ਪਿਤਾ ਨੇ ਇੱਕ ਖੜਗ ਰੂਪੀ ਸ਼ਕਤੀ ਨੂੰ ਸਿਰਜ ਕੇ ਸਾਰੇ ਸੰਸਾਰ ਦੀ ਰਚਨਾ ਕੀਤੀ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ। ਉਸ ਵਿੱਚ ਕਈ ਦੇਵੀ ਦੇਵਤਿਆਂ ਜਿਵੇਂ ਕਿ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਪੈਦਾ ਕਰਕੇ ਇੱਕ ਕੁਦਰਤ ਦੀ ਜੋ ਖੇਡ ਹੈ ਉਸ ਦੀ ਰਚਨਾ ਕੀਤੀ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਗੁਰੂ ਪਾਤਸ਼ਾਹ ਜੀ ਦੱਸਦੇ ਹਨ ਕਿ ਉਸ ਪਰਮਾਤਮਾ ਨੇ ਸਿੰਧ ਭਾਵ ਕਿ ਸਮੁੰਦਰ, ਪਰਬਤ ਅਤੇ ਧਰਤੀ ਬਣਾਈ ਅਤੇ ਬਿਨਾਂ ਕਿਸੇ ਸਹਾਰੇ ਤੋਂ, ਬਿਨਾਂ ਕਿਸੇ ਥੰਮਾ ਤੋਂ
ਆਕਾਸ਼ ਨੂੰ ਸਥਿਤ ਕੀਤਾ। ਫਿਰ ਦੈਂਤ ਭਾਵ ਦਾਨਵ ਅਤੇ ਦੇਵਤੇ ਸਿਰਜੇ ਅਤੇ ਉਹਨਾਂ ਅੰਦਰ ਵੈਰ ਵਿਵਾਦ ਪੈਦਾ ਕੀਤਾ। ਤੈਹੀ ਦੁਰਗਾ ਸਾਜ ਕੈ ਦੈਤਾ ਦਾ ਨਾਸ ਕਰਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ। ਉਪਰੰਤ ਗੁਰੂ ਜੀ ਉਸ ਪਰਮਾਤਮਾ ਨੂੰ ਕਹਿੰਦੇ ਹਨ ਕਿ ਤੁਸੀਂ ਹੀ ਦੁਰਗਾ ਦੇਵੀ ਦੀ ਸਿਰਜਣਾ ਕੀਤੀ ਅਤੇ ਉਸ ਤੋਂ ਦੈਤਾਂ ਦਾ ਦਾਨਵਾਂ ਦਾ ਜੋ ਨਾਸ਼ ਹੈ ਉਹ ਕਰਵਾਇਆ। ਤੁਹਾਡੇ ਤੋਂ ਹੀ ਜੋ ਸ਼੍ਰੀ ਰਾਮਚੰਦਰ ਜੀ ਹੋਏ ਹਨ ਉਹਨਾਂ ਨੇ ਬਲ ਸ਼ਕਤੀ ਪ੍ਰਾਪਤ ਕੀਤੀ ਅਤੇ ਬਾਣਾ ਭਾਵ ਤੀਰਾਂ ਨਾਲ ਰਾਵਣ ਦਾ ਵੱਧ ਕੀਤਾ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿੰਨੀ ਤੇਰਾ ਅੰਤ ਨ ਪਾਇਆ। ਤੁਹਾਡੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ ਅਰਥਾਤ ਕੇਸੀ ਪਹਿਲਵਾਨ ਨੂੰ ਗਿਰਾਇਆ ਸੀ। ਵੱਡੇ ਵੱਡੇ ਮੁਨੀ ਦੇਵਤੇ ਪੀਰ ਪੈਗੰਬਰ ਹੋਏ ਹਨ ਜਿਨ੍ਹਾਂ ਨੇ ਕਈ ਯੁਗਾਂ ਤੱਕ ਤਪੱਸਿਆ ਕੀਤੀ, ਪਰ ਉਹਨਾਂ ਵਿੱਚੋਂ ਕਿਸੇ ਨੇ ਵੀ ਤੁਹਾਡਾ ਅੰਤ ਪ੍ਰਾਪਤ ਨਹੀਂ ਕੀਤਾ। ਸਾਧੂ ਸਤਜੁਗ ਬੀਤਿਆ ਅਧ ਸੀਲੀ ਤ੍ਰੇਤਾ ਆਇਆ। ਨੱਚੀ ਕੱਲ ਸਰੋਸਰੀ ਕੱਲ ਨਾਰਦ ਡੌਰੂ ਵਾਇਆ। ਸਾਧੂ ਰੁਚੀਆਂ ਵਾਲਾ ਸਤਯੁਗ ਬੀਤ ਗਿਆ ਅਤੇ ਅਧੇਸ਼ੀਲ ਭਾਵ ਉੱਤਮਤਾ ਵਾਲਾ ਤ੍ਰੇਤਾ ਯੁਗ ਆ ਗਿਆ। ਅਰਧਸ਼ੀਲਤਾ ਵਾਲਾ ਤ੍ਰੇਤਾ ਯੁਗ ਸ਼ੁਰੂ ਹੋ ਗਿਆ ਅਤੇ ਇਸ ਯੁਗ ਵਿੱਚ ਹਰ ਇੱਕ ਦੇ ਸਿਰ ਉੱਤੇ ਕਲਹ ਕਲੇਸ਼ ਸਵਾਰ ਹੋ ਗਿਆ। ਕਲ ਅਤੇ ਨਾਰਦ ਮੁਨੀ ਹੋਏ ਹਨ, ਉਹਨਾਂ ਨੇ ਵੀ ਆਪਣਾ ਡਾਊਰੂ ਵਜਾ ਦਿੱਤਾ। ਡਾਊਰੂ ਜੋ ਹੈ ਇੱਕ ਸਾਜ਼ ਹੁੰਦਾ ਹੈ। ਅਖਰੀ ਬਣਤਰ ਤੋਂ ਇਹ ਇੱਕ ਡਮਰੂ ਵਰਗਾ ਲੱਗਦਾ ਹੈ, ਪਰ ਉਹ ਨਹੀਂ, ਇਹ ਇੱਕ ਅਲੱਗ ਕਿਸਮ ਦਾ ਜੋ ਸਾਜ਼ ਹੈ ਉਹ ਹੁੰਦਾ ਹੈ। ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸੁਰ ਸੁੰਭ ਉਪਾਇਆ। ਜੀਤ ਲਏ ਤਿਨ ਦੇਵਤੇ ਤਿਹ ਲੋਕੀ ਰਾਜ ਕਮਾਇਆ। ਇਸ ਯੁੱਗ ਵਿੱਚ ਦੇਵਤਿਆਂ ਉੱਪਰ ਜੋ ਤਾਕਤਾਂ ਦਾ ਅਭਿਮਾਨ ਉਹ ਛਾਇਆ ਹੋਇਆ ਸੀ, ਉਸ ਨੂੰ ਉਤਾਰਨ ਲਈ ਪਰਮ ਪਿਤਾ ਨੇ ਮਹਿਖਾਸੁਰ ਅਤੇ ਸ਼ੁੰਭ ਇਹ ਦੋ ਨਾਵਾਂ ਦੇ ਦਾਨਵਾਂ ਨੂੰ ਪੈਦਾ ਕੀਤਾ। ਇਹਨਾਂ ਦੋ ਦਾਨਵਾਂ ਨੇ ਦੇਵਤਿਆਂ ਨੂੰ ਜਿੱਤ ਲਿਆ ਅਤੇ ਤਿੰਨਾਂ ਲੋਕਾਂ ਵਿੱਚ ਆਪਣਾ ਰਾਜ ਸਥਾਪਿਤ ਕਰ ਦਿੱਤਾ। ਵੱਡਾ ਵੀਰ ਖਾਈ ਕੈ ਸਿਰ ਉੱਪਰ ਛਤਰ ਫਿਰਾਇਆ। ਦਿੱਤਾ ਇੰਦਰ ਨਿਕਾਲ ਕੈ ਤਿੰਨ ਗਿਰ ਕੈਲਾਸ ਤਕਾਇਆ। ਮਹਿਖਾਸੁਰ ਜੋ ਦਾਨਵ ਸੀ ਉਸਨੇ ਆਪਣੇ ਆਪ ਨੂੰ ਵੱਡਾ ਸੂਰਵੀਰ ਰਖਵਾ ਕੇ ਆਪਣੇ ਸਿਰ ਉੱਪਰ ਛਤਰ ਧਾਰਨ ਕਰ ਲਿਆ। ਉਸਨੇ ਜੋ ਇੰਦਰ ਦੇਵਤਾ ਸੀ ਉਸ ਨੂੰ ਇੰਦਰਪੁਰੀ ਤੋਂ ਕੱਢ ਦਿੱਤਾ ਅਤੇ ਜੋ ਦੇਵੀ ਦੇਵਤੇ ਸੀ ਉਸ ਜਗ੍ਹਾ ਨੂੰ ਛੱਡ ਕੇ ਜੋ ਸ਼ਿਵਜੀ ਦਾ ਨਿਵਾਸ ਸਥਾਨ ਕੈਲਾਸ਼ ਪਰਬਤ ਹੈ ਉੱਥੇ ਜਾ ਕੇ ਰਹਿਣ ਲੱਗੇ। ਡਰ ਕੇ ਹੱਥੇ ਦਾਨਵੀ ਦਿਲ ਅੰਦਰ ਤਰਾਸ ਵਧਾਇਆ। ਪਾਸ ਦੁਰਗਾ ਦੇ ਇੰਦਰ ਆਇਆ। ਦੈਤਾਂ ਦੇ ਹੱਥੋਂ ਹਾਰ ਕੇ ਉਹਨਾਂ ਦਾ ਜੋ ਡਰ ਸੀ ਦੇਵਤਿਆਂ ਦੇ ਦਿਲਾਂ ਵਿੱਚ ਇੰਨਾ ਵੱਧ ਚੁੱਕਿਆ ਸੀ ਕਿ ਉਹਨਾਂ ਨੂੰ ਤ੍ਰੇਲੀਆਂ ਆਉਣੀਆਂ ਸ਼ੁਰੂ ਹੋ ਗਈਆਂ। ਫਰਿਆਦ ਲੈ ਕੇ ਸਹਾਇਤਾ ਲਈ ਜੋ ਇੰਦਰ ਦੇਵਤਾ ਸੀ ਉਹ ਦੁਰਗਾ ਜੀ ਕੋਲ ਚਲੇ ਗਏ। ਗੁਰੂ ਪਿਆਰਿਓ, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਚੰਡੀ ਦੀ ਵਾਰ ਦੀਆਂ ਕੁੱਲ 55 ਪੌੜੀਆਂ ਹਨ ਉਹਨਾਂ ਵਿੱਚੋਂ ਪਹਿਲੀਆਂ 3 ਪੌੜੀਆਂ ਦੇ ਆਪਾਂ ਅਰਥ ਸਾਂਝੇ ਕੀਤੇ ਹਨ। ਉਮੀਦ ਹੈ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਿਆ ਹੋਵੇਗਾ। ਅਰਥ ਕਰਦੇ ਸਮੇਂ ਬਾਣੀ ਪੜ੍ਹਦੇ ਸਮੇਂ ਅਨੇਕਾਂ ਹੀ ਪ੍ਰਕਾਰਾਂ ਦੀਆਂ ਗਲਤੀਆਂ ਹੋਈਆਂ ਹੋਣਗੀਆਂ। ਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ, ਅਣਜਾਣ ਬੱਚੇ ਸਮਝ ਕੇ ਖਿਮਾ ਕਰ ਲੈਣਾ। ਜੇ ਤੁਹਾਨੂੰ ਇਹ ਸਾਡਾ ਉਪਰਾਲਾ ਚੰਗਾ ਲੱਗਿਆ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਇਸ ਵੀਡੀਓ ਨੂੰ ਲਾਈਕ ਕਰਨਾ ਅਤੇ ਦੂਜਿਆਂ ਨਾਲ ਵੀ ਸਾਂਝੀ ਕਰਨਾ ਅਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ ਤਾਂ ਜੋ ਸਾਡਾ ਵੀ ਉਤਸ਼ਾਹ ਹੈ ਉਹ ਇਸ ਉਪਰਾਲੇ ਵਿੱਚ ਬਣਿਆ ਰਹੇ ਅਤੇ ਅਸੀਂ ਅੱਗੇ ਤੋਂ ਹੋਰ ਇਸੇ ਤਰ੍ਹਾਂ ਦੇ ਵਿਚਾਰ ਤੁਹਾਡੇ ਅੱਗੇ ਲੈ ਕੇ ਆ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।